ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਹਰ ਪ੍ਰਕਾਰ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਰੀਮੈਕਸ ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਹੁਣ ਪੇਸ਼ ਨੇ ਚੋਣਵੀਆਂ ਖਬਰਾਂ। ਆਸਟ੍ਰੇਲੀਆ ਜਾਣ ਦੀ ਉਡੀਕ ਵਿੱਚ ਬੈਠੇ ਵਿਦਿਆਰਥੀਆਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ। ਨਿਊਜ਼ੀਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀਆਂ। ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ। ਰੂਸ ਇੱਕ ਪ੍ਰਭੂਸੱਤਾ ਸੰਪੰਨ ਰਾਜ ਨੂੰ ਨਕਸ਼ੇ ਤੋਂ ਨਹੀਂ ਮਿਟਾ ਸਕਦਾ। ਬਾਈਡਨ ਨੇ UNGA ਵੋਟ ਦੀ ਕੀਤੀ ਸ਼ਲਾਘਾ। ਸਿਹਤ ਸੇਵਾ ਦੇ ਖੇਤਰ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਨਵੇਂ ਪੱਧਰ ਤੇ। ਸੰਧੂ। ਅਮਰੀਕਾ ਤੁਲਸੀ ਗੈਬਾਰਡ ਨੇ ਛੱਡੀ ਡੈਮੋਕ੍ਰੈਟਿਕ ਪਾਰਟੀ, ਲਗਾਏ ਨਸਲਵਾਦ ਦੇ ਗੰਭੀਰ ਦੋਸ਼। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਆਸਟ੍ਰੇਲੀਆ ਜਾਣ ਦੀ ਉਡੀਕ ਵਿੱਚ ਬੈਠੇ ਭਾਰਤੀ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਹਾਲ ਹੀ ਵਿੱਚ ਆਸਟ੍ਰੇਲੀਆ ਦੌਰੇ ਤੇ ਗਏ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਵੀਜ਼ਾ ਬੈਕਲੌਗ ਦਾ ਮੁੱਦਾ ਆਸਟ੍ਰੇਲੀਆਈ ਅਧਿਕਾਰੀਆਂ ਕੋਲ ਚੁੱਕਿਆ। ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਨਾਲ ਸੰਬੰਧਿਤ ਜੋ ਕੋਵਿਡ ਮਹਾਮਾਰੀ ਤੋਂ ਬਾਅਦ ਦੇਸ਼ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਵਾਪਸ ਪਰਤਣ ਦੀ ਇੱਛਾ ਰੱਖਦੇ ਨੇ। ਇਸ ਦੇ ਜਵਾਬ ਵਿੱਚ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਸਮੱਸਿਆ ਸਾਲ ਦੇ ਅੰਤ ਤੱਕ ਹੱਲ ਕਰ ਲਈ ਜਾਵੇਗੀ। ਆਸਟ੍ਰੇਲੀਆ ਦੇ 2 ਦਿਨਾਂ ਦੌਰੇ ਤੇ ਆਏ ਜੈ ਸ਼ੰਕਰ ਨੇ ਮੰਗਲਵਾਰ ਨੂੰ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਦੌਰਾਨ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਕੈਨਬਰਾ ਵਿੱਚ ਸੀ ਉਦੋਂ ਮੈਂ ਇਸ ਮੁੱਦੇ ਨੂੰ ਵੱਖ-ਵੱਖ ਮੰਤਰੀਆਂ ਕੋਲ ਚੁੱਕਿਆ ਸੀ। ਸਾਡੇ ਕੋਲ ਇੱਕ ਖਾਸ ਸਮੱਸਿਆ ਹੈ ਜਿਸ ਦਾ ਵਿਦਿਆਰਥੀ ਸਾਹਮਣਾ ਕਰ ਰਹੇ ਨੇ। ਜੈ ਸ਼ੰਕਰ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਲਗਭਗ 77,000 ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਵਾਪਸ ਆ ਗਏ ਨੇ। ਉਹਨਾਂ ਨੇ ਅੱਗੇ ਕਿਹਾ, ਪਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਹੋ ਸਕਦੀ ਹੈ। ਮੈਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਸਾਲ ਦੇ ਅੰਤ ਤੱਕ ਵੀਜ਼ਾ ਬੈਕਲੌਗ ਖਾਸ ਕਰਕੇ ਵਿਦਿਆਰਥੀਆਂ ਦੇ ਸੰਬੰਧ ਵਿੱਚ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਜੈ ਸ਼ੰਕਰ ਨੇ ਅੱਗੇ ਕਿਹਾ ਕਿ ਇਹ ਸਿਰਫ ਵਿਦਿਆਰਥੀ ਹੀ ਨਹੀਂ ਹਨ, ਕਿਉਂਕਿ ਇੱਥੋਂ ਇੱਕ ਭਾਈਚਾਰਾ ਵੀ ਰੱਖਦਾ ਹੈ ਸੰਬੰਧ ਆਪਣਾ। ਉੱਥੇ ਲੋਕਾਂ ਦੇ ਸਫ਼ਰ ਕਰਨ ਦੇ ਪਰਿਵਾਰਿਕ ਕਾਰਨ ਵੀ ਨੇ। ਮੈਨੂੰ ਲੱਗਦਾ ਕਿ ਅੱਜ ਵੱਡੇ ਪੱਧਰ ਤੇ ਸੈਰ ਸਪਾਟੇ ਨੂੰ ਮੁੜ ਸ਼ੁਰੂ ਕਰਨ ਦੀ ਮਹੱਤਤਾ ਨੂੰ ਸਮਝਿਆ ਜਾ ਰਿਹਾ ਹੈ। ਉਸ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਕੋਵਿਡ ਯੁੱਗ ਦੀ ਇੱਕ ਵੱਡੀ ਰੁਕਾਵਟ ਵਿੱਚੋਂ ਹੈ ਜਿਸ ਨੂੰ ਅਸੀਂ ਆਉਣ ਵਾਲੇ ਸਾਲ ਵਿੱਚ ਆਪਣੇ ਪਿੱਛੇ ਪਾ ਸਕਾਂਗੇ। ਲਗਭਗ 7 ਲੱਖ ਦੀ ਆਬਾਦੀ ਦੇ ਨਾਲ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰਾ ਆਕਾਰ ਅਤੇ ਮਹੱਤਤਾ ਵਿੱਚ ਲਗਾਤਾਰ ਵਧ ਰਿਹਾ ਹੈ। ਭਾਰਤ ਆਸਟ੍ਰੇਲੀਆ ਲਈ ਹੁਨਰਮੰਦ ਪ੍ਰਵਾਸੀਆਂ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਹੈ। ਲਗਭਗ 1,05,000 ਵਿਦਿਆਰਥੀ ਵਰਤਮਾਨ ਵਿੱਚ ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ। UK ਤੋਂ ਬਾਅਦ ਭਾਰਤ 2020 ਵਿੱਚ ਆਸਟ੍ਰੇਲੀਆ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਜੈ ਸ਼ੰਕਰ ਨੇ ਕਿਹਾ ਕਿ 2 ਮੁੱਦੇ ਗਤੀਸ਼ੀਲਤਾ ਅਤੇ ਆਪਸੀ ਮਾਨਤਾ, ਡਿਗਰੀਆਂ ਅਤੇ ਯੋਗਤਾਵਾਂ ਤੇ ਸਾਂਝੇਦਾਰੀ ਦੁਵੱਲੇ ਸਬੰਧਾਂ ਲਈ ਪਰਿਵਰਤਨਕਾਰੀ ਹੋਣਗੇ। ਉਹਨਾਂ ਨੇ ਕਿਹਾ ਕਿ ਗਤੀਸ਼ੀਲਤਾ ਤੇ ਸਾਂਝੇਦਾਰੀ ਦਾ ਮਤਲਬ ਹੈ ਕਿ ਭਾਰਤੀ ਹੁਨਰ ਅਤੇ ਪ੍ਰਤਿਭਾ ਜਿਨ੍ਹਾਂ ਦੀ ਆਸਟ੍ਰੇਲੀਆ ਵਿੱਚ ਮੰਗ ਹੈ, ਇੱਕ ਕਾਨੂੰਨੀ ਢਾਂਚਾ ਹੋਵੇਗਾ, ਇੱਕ ਸਹਿਮਤੀ ਵਿਧੀ ਜਿਸ ਦੁਆਰਾ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਂਦੇ ਨੇ। ਹੁਣ ਭਾਰਤ, ਜਾਪਾਨ, ਬ੍ਰਿਟੇਨ ਅਤੇ ਫਰਾਂਸ ਵਰਗੇ ਬਹੁਤ ਸਾਰੇ ਦੇਸ਼ਾਂ ਨਾਲ ਅਜਿਹੇ ਸਮਝੌਤਿਆਂ ਤੇ ਪਹੁੰਚ ਰਿਹਾ ਹੈ। ਅਸੀਂ ਜਰਮਨੀ ਦੇ ਨਾਲ ਇੱਕ ਸਿੱਟਾ ਕੱਢਣ ਦੇ ਨੇੜੇ ਹਾਂ। ਮੈਨੂੰ ਲੱਗਦਾ ਕਿ ਅਸੀਂ ਆਸਟ੍ਰੇਲੀਆ ਦੇ ਨਾਲ ਇਸ ਵਿੱਚ ਕੁਝ ਸ਼ੁਰੂਆਤੀ ਕੰਮ ਕੀਤਾ ਹੈ। ਇਸ ਲਈ ਮੈਂ ਬਹੁਤ ਉਮੀਦ ਕਰਦਾ ਕਿ ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਅਸੀਂ ਤੇਜ਼ੀ ਨਾਲ ਤਰੱਕੀ ਕਰ ਸਕਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਡੋਮੇਨ ਅਤੇ ਆਸਟ੍ਰੇਲੀਆ ਵਿੱਚ ਹੁਨਰ ਦੀ ਘਾਟ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ। ਇਸ ਦੇ ਤਹਿਤ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਅੱਜ ਘੋਸ਼ਣਾ ਕੀਤੀ ਕਿ ਹੁਨਰਮੰਦ ਪ੍ਰਵਾਸੀ ਵੀਜ਼ਾ ਸ਼੍ਰੇਣੀ ਜੋ ਕਿ ਕੋਵਿਡ-19 ਦੇ ਸਿਖਰ ਅਤੇ ਬਾਰਡਰ ਬੰਦ ਹੋਣ ਦੌਰਾਨ ਰੋਕੀ ਗਈ ਸੀ, ਨਵੰਬਰ ਦੇ ਅੱਧ ਤੋਂ ਮਾਤਾ-ਪਿਤਾ ਵਰਗ ਦੇ ਨਾਲ ਦੁਬਾਰਾ ਖੁੱਲ੍ਹ ਜਾਵੇਗੀ। ਮਾਈਕਲ ਵੁੱਡ ਨੇ ਇੱਕ ਵਿਸ਼ੇਸ਼ ਚਰਚਾ ਵਿੱਚ ਦੱਸਿਆ ਕਿ ਨਿਊਜ਼ੀਲੈਂਡ ਦੀ ਕਈ ਸਾਲਾਂ ਤੋਂ ਬੰਦ ਚੱਲ ਰਹੀ ਮਾਪਿਆਂ ਦੇ ਪੱਕੇ ਬੁਲਾਉਣ ਵਾਲੀ ਇਮੀਗ੍ਰੇਸ਼ਨ ਨੀਤੀ ਨੂੰ ਵੀ ਹੁਣ 14 ਨਵੰਬਰ 2022 ਤੋਂ ਖੋਲ੍ਹਿਆ ਜਾ ਰਿਹਾ ਹੈ। ਇਸ ਸੰਬੰਧੀ EOI ਐਕਸਪ੍ਰੈਸ਼ਨ ਆਫ ਇੰਟਰਸਟ 14 ਨਵੰਬਰ ਨੂੰ ਖੋਲ੍ਹੇ ਜਾਣਗੇ। ਪ੍ਰਤੀ ਸਾਲ ਹੁਣ 2500 ਮਾਪਿਆਂ ਨੂੰ ਰੈਜ਼ੀਡੈਂਸੀ ਦਿੱਤੀ ਜਾਵੇਗੀ। ਮੌਜੂਦਾ ਪ੍ਰੋਗਰਾਮਾਂ ਤੋਂ ਬਾਹਰ ਆਉਣ ਵਾਲੇ ਪ੍ਰਵਾਸੀਆਂ ਲਈ ਇੱਕ ਨਵੀਂ ਐਨਕੈਪਡ ਅਤੇ ਸਰਲੀਕ੍ਰਿਤ ਪੁਆਇੰਟ ਪ੍ਰਣਾਲੀ ਤੇ ਵੀ ਸਲਾਹ ਮਸ਼ਵਰਾ ਸ਼ੁਰੂ ਹੋਣ ਜਾ ਰਿਹਾ ਹੈ।
ਅੱਜ ਦੀ ਘੋਸ਼ਣਾ ਹਰੀ ਸੂਚੀ ਦੀ ਪਾਲਣਾ ਕਰਦੀ ਹੈ, ਜਿਸ ਨੇ 85 ਸਭ ਤੋਂ ਵੱਧ ਲੋੜੀਂਦੇ ਪੇਸ਼ਿਆਂ ਲਈ ਰਿਹਾਇਸ਼ ਦੇ ਰਸਤੇ ਪ੍ਰਦਾਨ ਕੀਤੇ ਨੇ। ਅਸਲ ਵਿੱਚ ਸਰਕਾਰ ਪ੍ਰਵਾਸੀਆਂ ਲਈ ਵਸਨੀਕ ਬਣਨ ਦੇ 2 ਹੋਰ ਸ਼੍ਰੇਣੀਆਂ ਖੋਲ੍ਹ ਰਹੀ ਹੈ, ਕਿਉਂਕਿ ਇਹ ਮਹਾਮਾਰੀ ਤੋਂ ਬਾਅਦ ਦੁਨੀਆ ਨਾਲ ਮੁੜ ਜੁੜਨ ਅਤੇ ਕਰਮਚਾਰੀਆਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਮਦਨ ਨੂੰ ਲੈ ਕੇ ਸਪਾਂਸਰਸ਼ਿਪ ਦੀਆਂ ਸ਼ਰਤਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਸਪਾਂਸਰਸ਼ਿਪ ਵਿੱਚ ਇੱਕ ਐਡਲਟ ਬੱਚੇ ਦੀ ਥਾਂ 2 ਬੱਚੇ ਉਸ ਦੀ ਪਾਰਟਨਰ ਦੇ ਨਾਲ ਆ ਜਾਣਗੇ। ਸਪਾਂਸਰਸ਼ਿਪ ਲਈ ਪਹਿਲਾਂ ਕਿਸੇ ਨੂੰ ਬੁਲਾਉਣ ਦੇ ਲਈ ਉਸ ਦੀ ਆਮਦਨ ਔਸਤਨ ਨਿਊਜ਼ੀਲੈਂਡ ਆਮਦਨ ਤੋਂ ਦੁੱਗਣੀ ਹੋਣੀ ਚਾਹੀਦੀ ਸੀ, ਪਰ ਹੁਣ ਇਹ 1.5 ਗੁਣਾ ਕਰ ਦਿੱਤੀ ਗਈ ਹੈ। ਇਹ ਸ਼ਰਤ ਪਹਿਲਾਂ EOI ਦੇ ਚੁੱਕੇ ਲੋਕਾਂ ਤੇ ਵੀ ਲਾਗੂ ਹੋ ਜਾਵੇਗੀ। ਨਵਾਂ EOI ਐਕਸਪ੍ਰੈਸ਼ਨ ਆਫ ਇੰਟਰਸਟ ਪ੍ਰਾਪਤ EOI ਨੂੰ ਇੱਕ ਤਰੀਕੇ ਨਾਲ ਚੁਣਿਆ ਜਾਵੇਗਾ। ਪਹਿਲਾ ਗਰੁੱਪ ਅਗਸਤ 2023 ਦੇ ਵਿੱਚ ਲਿਆ ਜਾਵੇਗਾ ਅਤੇ ਫਿਰ ਹਰ 3 ਮਹੀਨੇ ਬਾਅਦ EOI ਦਾਖਲ ਕਰਨ ਲਈ ਕਾਹਲੀ ਦੀ ਲੋੜ ਨਹੀਂ ਹੈ। ਇਹ 2 ਸਾਲ ਵਾਸਤੇ ਰਹੇਗਾ। ਜੇਕਰ ਤੁਸੀਂ ਅਗਲੇ ਸਾਲ ਅਗਸਤ ਤੱਕ ਦਾਖਲ ਕਰਦੇ ਹੋ ਤਾਂ ਤੁਹਾਡਾ 2 ਸਾਲ ਵਾਲਾ ਸਮਾਂ ਉਦੋਂ ਸ਼ੁਰੂ ਹੋਵੇਗਾ। EOI ਮਈ 2023 ਤੋਂ ਦਾਖਲ ਕੀਤੇ ਜਾ ਸਕਣਗੇ, ਜੋ ਕਿ ਆਨਲਾਈਨ ਹੋਣਗੇ। 500 ਵੀਜ਼ੇ ਬੈਲਟ ਬਾਕਸ ਰਾਹੀਂ ਪ੍ਰਾਪਤ ਨਵੇਂ EOI ਵਿੱਚ ਲਏ ਜਾਣਗੇ। ਪਹਿਲਾਂ ਤੋਂ ਪ੍ਰਾਪਤ EOI ਨੂੰ ਤਰੀਕਾ ਅਨੁਸਾਰ ਪਰਖਿਆ ਜਾਵੇਗਾ। 14 ਨਵੰਬਰ ਤੋਂ ਇਹਨਾਂ ਦੀ ਚੋਣ ਹੋਵੇਗੀ ਅਤੇ ਹਰ 3 ਮਹੀਨੇ ਬਾਅਦ ਚੁਣਿਆ ਜਾਵੇਗਾ। ਇਹ ਸਾਰੇ EOI 3-4 ਸਾਲਾਂ ਵਿੱਚ ਨਿਬੇੜੇ ਜਾਣਗੇ। ਲੋਕਾਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਜਾਵੇਗਾ ਕਿ ਉਹ ਅਪਡੇਟ ਕਰ ਦੇਣ ਜਾਂ ਅਰਜ਼ੀ ਵਾਪਸ ਲੈਣੀ ਹੈ ਤਾਂ ਵੀ ਲੈ ਸਕਦੇ ਨੇ। ਮਾਪਿਆਂ ਦੇ ਇੱਥੇ ਰਹਿੰਦੇ ਪੱਕੇ ਅਤੇ ਨਾਗਰਿਕ ਬੱਚੇ ਇਕੱਲੇ ਜਾਂ ਇਕੱਠੇ ਸਪਾਂਸਰ ਕਰ ਸਕਦੇ ਨੇ, ਜਾਂ ਫਿਰ ਉਹਨਾਂ ਦੇ ਜੀਵਨ ਸਾਥੀ ਜਾਂ ਭੈਣ ਭਰਾ ਦੀ ਸਪਾਂਸਰ ਕਰ ਸਕਦੇ ਨੇ। ਇਸ ਦੇ ਇਲਾਵਾ ਧੀ ਪੁੱਤ ਜੇਕਰ ਇੱਥੇ 3 ਸਾਲ ਤੋਂ ਪੱਕਾ ਹੈ ਤਾਂ ਵੀ ਉਹ ਸਪਾਂਸਰ ਕਰ ਸਕਦਾ ਹੈ। ਜੇਕਰ ਕਿਸੇ ਦੇ ਪੁੱਤਰ ਨੂੰ ਸਪਾਂਸਰ ਕਰਨਾ ਹੈ ਤਾਂ ਉਹਨਾਂ ਨੂੰ ਇੱਥੇ 12 ਮਹੀਨੇ ਇਕੱਠੇ ਰਹਿੰਦਿਆਂ ਨੂੰ ਹੋਣੇ ਚਾਹੀਦੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੰਯੁਕਤ ਰਾਸ਼ਟਰ ਮਹਾਸਭਾ UNGA ਵੱਲੋਂ ਰੂਸ ਦੀ ਨਿੰਦਾ ਕਰਨ ਵਾਲਾ ਪ੍ਰਸਤਾਵ ਪਾਸ ਕਰਨ ਦੀ ਸ਼ਲਾਘਾ ਕੀਤੀ ਹੈ। ਮਤੇ ਵਿੱਚ ਯੂਕਰੇਨ ਦੇ 4 ਖੇਤਰਾਂ ਦੇ ਰੂਸ ਵਿੱਚ ਰਲੇਵੇਂ ਦੀ ਨਿੰਦਾ ਕੀਤੀ ਗਈ ਹੈ। ਬਾਈਡਨ ਨੇ ਕਿਹਾ ਕਿ ਰੂਸ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੋਂ ਨਹੀਂ ਮਿਟਾ ਸਕਦਾ। ਰੂਸ ਯੂਕਰੇਨ ਵਿਚਾਲੇ ਜਾਰੀ ਯੁੱਧ ਦੇ ਵਿਚਕਾਰ ਰੂਸ ਨੇ ਹਾਲ ਹੀ ਵਿੱਚ ਰਾਏਸ਼ੁਮਾਰੀ ਰਾਹੀਂ 4 ਖੇਤਰਾਂ ਨੂੰ ਆਪਣੇ ਦੇਸ਼ ਵਿੱਚ ਮਿਲਾ ਲਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਨੇ ਇਸ ਲਈ ਰੂਸ ਦੀ ਨਿੰਦਾ ਕੀਤੀ ਹੈ। ਭਾਰਤ ਸਮੇਤ 35 ਦੇਸ਼ਾਂ ਨੇ ਮਤੇ ਦਾ ਸਮਰਥਨ ਕਰਨ ਤੋਂ ਗੁਰੇਜ਼ ਕੀਤਾ, ਪਰ 143 ਮੈਂਬਰ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ। 5 ਦੇਸ਼ਾਂ ਨੇ ਪ੍ਰਸਤਾਵ ਖਿਲਾਫ ਵੋਟ ਕੀਤਾ। ਇਹ ਮਤਾ ਰੂਸ ਵੱਲੋਂ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ, ਜਿਸ ਨੂੰ ਭਾਰਤ ਨੇ ਟਾਲ ਦਿੱਤਾ ਸੀ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਰੂਸ ਖਿਲਾਫ ਮਤਾ ਪਾਸ ਕੀਤਾ, ਜਦੋਂ ਕਿ ਇਸ ਤੋਂ ਪਹਿਲਾਂ ਸੁਰੱਖਿਆ ਪਰਿਸ਼ਦ ਵਿੱਚ ਲਿਆਂਦੇ ਗਏ ਅਜਿਹੇ ਮਤੇ ਦੇ ਰੂਸ ਦੇ ਵੀਟੋ ਕਰਨ ਦੇ ਪਾਸ ਨਹੀਂ ਹੋ ਸਕੇ ਸਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਨੀਂਹ ਡੇਗ ਰਿਹਾ ਹੈ। ਬਾਈਡਨ ਦਾ ਇਹ ਬਿਆਨ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਰੂਸ ਖਿਲਾਫ ਪ੍ਰਸਤਾਵ ਪਾਸ ਕੀਤੇ ਜਾਣ ਤੋਂ ਤੁਰੰਤ ਬਾਅਦ ਆਇਆ ਹੈ। ਵਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਬਾਈਡਨ ਨੇ ਕਿਹਾ ਕਿ ਅੱਜ ਦੁਨੀਆ ਦੇ ਹਰ ਖੇਤਰ ਦੇ ਰਾਸ਼ਟਰਾਂ, ਵੱਡੇ ਅਤੇ ਛੋਟੇ, ਵੱਖ-ਵੱਖ ਵਿਚਾਰਧਾਰਾਵਾਂ ਅਤੇ ਸਰਕਾਰਾਂ ਵਾਲੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਬਚਾਅ ਕਰਨ ਲਈ ਵੋਟ ਕੀਤਾ ਅਤੇ ਭਾਰਤ ਨਾਲ ਯੂਕਰੇਨ ਦੇ ਖੇਤਰ ਨੂੰ ਹਥਿਆਉਣ ਦੀ ਰੂਸ ਵੱਲੋਂ ਅਜਿਹੀ ਕਰਨ ਦੀ ਗੈਰ ਕਾਨੂੰਨੀ ਕੋਸ਼ਿਸ਼ ਦੀ ਨਿੰਦਾ ਕੀਤੀ ਗਈ। 143 ਦੇਸ਼ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪੱਖ ਵਿੱਚ ਖੜੇ ਸਨ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਲਿਆਂਦੇ ਗਏ ਪ੍ਰਸਤਾਵ ਵਿੱਚ ਕਿਹਾ ਗਿਆ ਕਿ ਸੰਗਠਨ ਤਥਾਕਥਿਤ ਰਾਏਸ਼ੁਮਾਰੀ ਤੋਂ ਬਾਅਦ 4 ਯੂਕਰੇਨੀ ਖੇਤਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਸ਼ਾਮਿਲ ਕਰਨ ਦੀ ਰੂਸ ਦੀ ਕੋਸ਼ਿਸ਼ ਦੀ ਨਿੰਦਾ ਕਰਦਾ ਹੈ। ਕਿਸੇ ਵੀ ਮੈਂਬਰ ਨੇ ਇਸ ਪ੍ਰਸਤਾਵ ਵਿਰੁੱਧ ਵੀਟੋ ਦੀ ਵਰਤੋਂ ਨਹੀਂ ਕੀਤੀ। UNGA ਵਿੱਚ ਯੂਕਰੇਨ ਅਤੇ ਰੂਸ ਦੇ ਝੜਪ ਦੇ 2 ਦਿਨ ਬਾਅਦ ਸੋਮਵਾਰ ਨੂੰ VOTING ਪਾਸ ਕੀਤੀ ਗਈ। ਭਾਰਤ ਨੇ ਰੂਸ ਦੀ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਸਤਾਵ ਤੋਂ ਦੂਰ ਰਹਿਣ ਤੋਂ ਬਾਅਦ ਯੂਕਰੇਨ ਵਿੱਚ ਵਧਦੇ ਸੰਘਰਸ਼ ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ UNGA ਨੂੰ ਦੱਸਿਆ ਕਿ ਭਾਰਤ ਯੂਕਰੇਨ ਵਿੱਚ ਵਧਦੇ ਸੰਘਰਸ਼ ਨੂੰ ਲੈ ਕੇ ਚਿੰਤਿਤ ਹੈ, ਜਿਸ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਅਤੇ ਨਾਗਰਿਕਾਂ ਦੀ ਮੌਤ ਸ਼ਾਮਿਲ ਹੈ। ਅਸੀਂ ਲਗਾਤਾਰ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਮਨੁੱਖੀ ਜੀਵਨ ਦੀ ਕੀਮਤ ਤੇ ਕਦੇ ਵੀ ਕੋਈ ਹੱਲ ਨਹੀਂ ਹੋ ਸਕਦਾ। ਕੰਬੋਜ ਨੇ ਕਿਹਾ ਕਿ ਭਾਰਤ ਜਿਸ ਵਿਸ਼ਵ ਵਿਆਪੀ ਵਿਵਸਥਾ ਦਾ ਮੈਂਬਰ ਹੈ, ਉਹ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਸਾਰੇ ਰਾਜਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ ਤੇ ਆਧਾਰਿਤ ਹੈ। ਇਹਨਾਂ ਸਿਧਾਂਤਾਂ ਨੂੰ ਬਿਨਾਂ ਕਿਸੇ ਅਪਵਾਦ ਦੇ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਰੁਚਿਰਾ ਕੰਬੋਜ ਨੇ ਕਿਹਾ ਕਿ ਮਤਭੇਦਾਂ ਅਤੇ ਵਿਵਾਦਾਂ ਨੂੰ ਸੁਲਝਾਉਣ ਦਾ ਇੱਕੋ ਇੱਕ ਰਸਤਾ ਗੱਲਬਾਤ ਹੈ, ਭਾਵੇਂ ਇਹ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ। ਸ਼ਾਂਤੀ ਦੇ ਰਸਤੇ ਲਈ ਸਾਨੂੰ ਕੂਟਨੀਤੀ ਦੇ ਸਾਰੇ ਰਸਤੇ ਖੁੱਲ੍ਹੇ ਰੱਖਣ ਦੀ ਲੋੜ ਹੈ। ਭਾਰਤ ਤਣਾਅ ਨੂੰ ਘਟਾਉਣ ਦੇ ਉਦੇਸ਼ ਨਾਲ ਅਜਿਹੇ ਸਾਰੇ ਯਤਨਾਂ ਦਾ ਸਮਰਥਨ ਕਰਨ ਲਈ ਤਿਆਰ ਹੈ। ਉੱਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ 4 ਖੇਤਰਾਂ ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ੈਪੋਰੀਜ਼ੀਆ ਵਿੱਚ ਜਨਮਤ ਸੰਗ੍ਰਹਿ ਤੋਂ ਬਾਅਦ ਸਤੰਬਰ ਦੇ ਆਖਰੀ ਹਫ਼ਤੇ ਵਿੱਚ ਆਪਣੇ ਦੇਸ਼ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪੁਤਿਨ ਨੇ ਇਸ ਨਾਲ ਜੁੜੇ ਦਸਤਾਵੇਜ਼ਾਂ ਤੇ ਦਸਤਖਤ ਕਰਨ ਤੋਂ ਬਾਅਦ ਰਸਮੀ ਤੌਰ ਤੇ ਇਸ ਦਾ ਐਲਾਨ ਕੀਤਾ। ਹਾਲਾਂਕਿ ਅਮਰੀਕਾ ਸਮੇਤ ਸਾਰੇ ਪੱਛਮੀ ਦੇਸ਼ ਰੂਸ ਦੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸ ਰਹੇ ਨੇ। ਰਲੇਵੇਂ ਅਤੇ ਕ੍ਰੀਮੀਆ ਪੁਲ ਤੇ ਬੰਬ ਧਮਾਕਿਆਂ ਤੋਂ ਬਾਅਦ ਇਸ ਹਫ਼ਤੇ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਵੱਧ ਗਿਆ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਿਹਤ ਸੇਵਾ ਦੇ ਖੇਤਰ ਵਿੱਚ ਸਹਿਯੋਗ ਨਵੇਂ ਪੱਧਰ ਤੇ ਪਹੁੰਚਣ ਵਾਲਾ ਹੈ। ਸੰਧੂ ਨੇ ਭਾਰਤ ਅਮਰੀਕਾ ਵੈਕਸੀਨ ਐਕਸ਼ਨ ਪ੍ਰੋਗਰਾਮ VAP ਦੇ ਸਾਂਝੇ ਕਾਰਜ ਸਮੂਹ ਦੀ 34ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਬੂਤ ਅਤੇ ਪੁਰਾਣੀ VAP ਸ਼ਾਇਦ ਉਸ ਪਹਿਲਕਦਮੀ ਦੀ ਸਭ ਤੋਂ ਉੱਤਮ ਉਦਾਹਰਣ ਹੈ ਜਿਸ ਤਹਿਤ ਭਾਰਤ ਅਤੇ ਅਮਰੀਕਾ ਸਿਰਫ ਆਪਣੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਦੇਸ਼ਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮੈਂ ਇਸ ਇਵੈਂਟ ਦੇ ਆਯੋਜਨ ਲਈ ਅਮਰੀਕਾ ਅਤੇ ਭਾਰਤ ਦੀਆਂ ਟੀਮਾਂ ਦੀ ਤਾਰੀਫ ਕਰਦਾ। ਦੋਵਾਂ ਦੇਸ਼ਾਂ ਦੀ ਸ਼ਾਨਦਾਰ ਪੂਰਕਤਾ ਅਤੇ ਦੋਵਾਂ ਦੇਸ਼ਾਂ ਦੀ ਰਾਜਨੀਤਿਕ ਲੀਡਰਸ਼ਿਪ ਕਾਰਨ ਸਿਹਤ ਸੰਭਾਲ ਦੇ ਖੇਤਰ ਵਿੱਚ ਸਾਡਾ ਸਹਿਯੋਗ ਇੱਕ ਨਵੇਂ ਪੱਧਰ ਤੇ ਪਹੁੰਚਣ ਵਾਲਾ ਹੈ। ਸੰਧੂ ਨੇ ਕਿਹਾ ਕਿ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੇ ਖੇਤਰਾਂ ਵਿੱਚ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਜਿਹੜੇ ਸੁਧਾਰ ਕਰਕੇ ਸਿਹਤ ਸੇਵਾ ਵਿੱਚ ਭਾਰਤ ਵੱਲੋਂ ਟੈਕਨੋਲੋਜੀ ਨੂੰ ਅਪਣਾਉਣ ਅਤੇ ਵੱਡੇ ਪੱਧਰ ਤੇ ਟੀਕਾਕਰਨ ਪ੍ਰੋਗਰਾਮਾਂ ਵਿੱਚ ਬਿਹਤਰ ਅਨੁਭਵ ਕਾਰਨ ਦੋਵੇਂ ਦੇਸ਼ਾਂ ਨੂੰ ਸਿਹਤ ਖੇਤਰ ਵਿੱਚ ਸਹਿਯੋਗ ਨੂੰ ਅਗਲੇ ਪੱਧਰ ਤੱਕ ਲਿਜਾਉਣ ਵਿੱਚ ਮਦਦ ਮਿਲੇਗੀ। ਕਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਪਿਛੋਕੜ ਵਿੱਚ ਹੋਈ ਇਸ ਮੀਟਿੰਗ ਵਿੱਚ ਸੰਧੂ ਨੇ ਕਿਹਾ ਕਿ ਦੁਨੀਆ ਨੇ ਕੋਵਿਡ-19 ਤੋਂ ਬਹੁਤ ਸਾਰੇ ਸਬਕ ਸਿੱਖੇ ਨੇ। ਉਹਨਾਂ ਕਿਹਾ ਕਿ ਵਿਸ਼ਵ ਵਿਆਪੀ ਮਹਾਮਾਰੀ ਨੇ ਇੱਕ ਵਾਰ ਫਿਰ ਦੁਨੀਆ ਨੂੰ ਦੱਸ ਦਿੱਤਾ ਕਿ ਕੋਵਿਡ-19 ਵਰਗੀਆਂ ਛੂਤ ਦੀਆਂ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਵਿੱਚ ਟੀਕਾਕਰਨ ਮਨੁੱਖਤਾ ਲਈ ਸਭ ਤੋਂ ਵੱਧ ਸਹਾਇਕ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਤੁਲਸੀ ਗੈਬਾਰਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਡੈਮੋਕ੍ਰੈਟਿਕ ਪਾਰਟੀ ਛੱਡ ਦੇਵੇਗੀ। ਉਹਨਾਂ ਨੇ ਪਾਰਟੀ ਤੇ ਦੋਸ਼ ਦੇ ਹਰ ਮੁੱਦੇ ਨੂੰ ਨਸਲੀ ਬਣਾਉਣ ਦਾ ਦੋਸ਼ ਲਗਾਇਆ। ਗੈਬਾਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੇ ਗਏ ਕਰੀਬ 30 ਮਿੰਟ ਦੇ ਵੀਡੀਓ ਵਿੱਚ ਇਹ ਐਲਾਨ ਕੀਤਾ। ਤੁਲਸੀ ਗੈਬਾਰਡ ਨੇ ਡੈਮੋਕ੍ਰੈਟਿਕ ਪਾਰਟੀ ਤੇ ਨਸਲਵਾਦ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਹੁਣ ਇਸ ਪਾਰਟੀ ਦੀ ਮੈਂਬਰ ਨਹੀਂ ਰਹਿ ਸਕਦੀ। ਸੋਸ਼ਲ ਮੀਡੀਆ ਤੇ ਪਾਈ ਵੀਡੀਓ ਵਿੱਚ ਉਸਨੇ ਕਿਹਾ ਕਿ ਮੈਂ ਡੈਮੋਕ੍ਰੈਟਿਕ ਪਾਰਟੀ ਵਿੱਚ ਨਹੀਂ ਰਹਿ ਸਕਦੀ। ਇਹ ਪਾਰਟੀ ਹੁਣ ਕਾਇਰਤਾ ਤੋਂ ਪ੍ਰੇਰਿਤ ਹੈ। ਉਹ ਹਰ ਮੁੱਦੇ ਨੂੰ ਨਸਲੀ ਬਿਆਨ ਕਰਕੇ ਅਤੇ ਗੋਰੇ ਵਿਰੋਧੀ ਨਸਲਵਾਦ ਨੂੰ ਭੜਕਾਉਂਦੇ ਨੇ। ਗੈਬਾਰਡ ਨੇ ਅੱਗੇ ਆਪਣੇ ਸਾਥੀ ਡੈਮੋਕ੍ਰੇਟਸ ਨੂੰ ਵੀ ਉਸ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਪਾਰਟੀ ਛੱਡਣ ਦੀ ਗੱਲ ਕਹੀ ਹੈ। ਹਾਲਾਂਕਿ ਉਹਨਾਂ ਨੇ ਅਜੇ ਤੱਕ ਆਪਣੀ ਨਵੀਂ ਸਿਆਸੀ ਯੋਜਨਾ ਜਾਂ ਰਿਪਬਲਿਕਨ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਤੁਲਸੀ ਗੈਬਾਰਡ ਦਾ ਜਨਮ ਹਵਾਈ ਵਿੱਚ ਹੋਇਆ ਸੀ, ਜਿੱਥੇ ਉਹ 21 ਸਾਲ ਦੀ ਉਮਰ ਵਿੱਚ ਹਵਾਈ ਸਟੇਟ ਹਾਊਸ ਵੱਲੋਂ ਦੌੜੀ ਸੀ। ਇਸ ਤੋਂ ਪਹਿਲਾਂ ਉਹ ਕਿਸੇ ਦੀ ਤਰ੍ਹਾਂ ਰਾਜਨੀਤੀ ਨਾਲ ਜੁੜੀ ਹੋਈ ਨਹੀਂ ਸੀ। ਉਹ ਪਿਛਲੇ 20 ਸਾਲਾਂ ਤੋਂ ਡੈਮੋਕ੍ਰੈਟਿਕ ਪਾਰਟੀ ਨਾਲ ਜੁੜੀ ਹੋਈ ਹੈ। ਡੈਮੋਕ੍ਰੈਟਿਕ ਪਾਰਟੀ ਦੇ ਦੇਸ਼ ਵਿੱਚ ਲੋਕਾਂ ਦੀਆਂ ਬੁਨਿਆਦੀ ਆਜ਼ਾਦੀਆਂ ਨੂੰ ਕਮਜ਼ੋਰ ਕਰਨ ਦੀ ਆਲੋਚਨਾ ਕਰਦੇ ਹੋਏ ਗੈਬਾਰਡ ਨੇ ਕਿਹਾ ਕਿ ਉਹ ਅਜਿਹੀ ਸਰਕਾਰ ਵਿੱਚ ਵਿਸ਼ਵਾਸ ਰੱਖਦੀ ਹੈ ਜੋ ਲੋਕਾਂ ਲਈ ਹੈ। ਹਾਲਾਂਕਿ ਅੱਜ ਦੀ ਡੈਮੋਕ੍ਰੈਟਿਕ ਪਾਰਟੀ ਇਹਨਾਂ ਕਦਰਾਂ ਕੀਮਤਾਂ ਤੇ ਖੜੀ ਨਹੀਂ ਹੈ। ਤੁਲਸੀ ਗੈਬਾਰਡ ਅਮਰੀਕੀ ਕਾਂਗਰਸ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਵਾਲੀ ਪਹਿਲੀ ਹਿੰਦੂ ਸਾਂਸਦ ਸੀ। ਗੈਬਾਰਡ ਨੇ 2004 ਤੋਂ 2005 ਤੱਕ ਇਰਾਕ ਵਿੱਚ ਜੰਗ ਦੌਰਾਨ ਹਵਾਈ ਫੌਜ ਨੈਸ਼ਨਲ ਗਾਰਡ ਦੀ ਫੀਲਡ ਮੈਡੀਕਲ ਯੂਨਿਟ ਵਿੱਚ ਵੀ ਸੇਵਾ ਕੀਤੀ ਅਤੇ 2008 ਤੋਂ 2009 ਤੱਕ ਕੁਵੈਤ ਵਿੱਚ ਤੈਨਾਤ ਰਹੀ। ਦੱਖਣ ਪੂਰਬੀ ਆਸਟ੍ਰੇਲੀਆ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ ਹੈ। ਇਸ ਮਗਰੋਂ ਵਿਭਾਗ ਵੱਲੋਂ ਹੜ੍ਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਭਾਰੀ ਮੀਂਹ ਕਾਰਨ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਟਾਪੂ ਰਾਜ ਤਸਮਾਨੀਆ ਵਿੱਚ ਨਦੀਆਂ ਖਤਰਨਾਕ ਢੰਗ ਨਾਲ ਵੱਧ ਰਹੀਆਂ। ਸਿਡਨੀ ਦੇ ਪੱਛਮ ਵਿੱਚ ਸਥਿਤ ਨਿਊ ਸਾਊਥ ਵੇਲਜ਼ ਸ਼ਹਿਰ ਫੋਰਬਸ ਵਿੱਚ ਸੈਂਕੜੇ ਲੋਕਾਂ ਨੂੰ ਵੱਡੇ ਹੜ੍ਹ ਤੋਂ ਪਹਿਲਾਂ ਵੀਰਵਾਰ ਰਾਤ ਤੱਕ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਸਟੇਟ ਐਮਰਜੈਂਸੀ ਸੇਵਾ ਨੇ ਸ਼ੁੱਕਰਵਾਰ ਤੱਕ 10.6 ਮੀਟਰ
34 ਫੁੱਟ 9 ਇੰਚ ਦੀ ਇੱਕ ਵੱਡੀ ਹੜ੍ਹ ਦੀ ਸਿਖਰ ਤੇ ਪਹੁੰਚਣ ਦੀ ਉਮੀਦ ਦੇ ਨਾਲ ਲਚਲਾਨ ਨਦੀ ਦੇ ਨਾਲ ਰਾਤ 8 ਵਜੇ ਤੱਕ ਕੇਂਦਰੀ ਡਾਊਨਟਾਊਨ ਪ੍ਰਿੰਸੀਕਟ ਸਮੇਤ 17 ਗਲੀਆਂ ਨੂੰ ਖਾਲੀ ਕਰਨ ਦਾ ਆਦੇਸ਼ ਜਾਰੀ ਕੀਤਾ। ਪੁਲਿਸ ਨੇ ਕਿਹਾ ਕਿ ਇੱਕ 63 ਸਾਲਾ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਪਰ ਐਮਰਜੈਂਸੀ ਅਮਲੇ ਉਸ ਦਾ ਕੋਈ ਨਿਸ਼ਾਨ ਲੱਭਣ ਵਿੱਚ ਅਸਫਲ ਰਹੇ। ਪੁਲਿਸ ਨੇ ਮੰਗਲਵਾਰ ਨੂੰ ਸਿਡਨੀ ਦੇ ਪੱਛਮ ਵਿੱਚ ਬਾਥਰਸਟ ਸ਼ਹਿਰ ਨੇੜੇ ਹੜ੍ਹ ਦੇ ਪਾਣੀ ਵਿੱਚ ਡੁੱਬੀ ਕਾਰ ਵਿੱਚ ਇੱਕ 46 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਵਿਕਟੋਰੀਆ ਵਿੱਚ ਦੱਖਣ ਵੱਲ ਐਮਰਜੈਂਸੀ ਅਮਲੇ ਨੇ ਰਾਤ ਭਰ ਦੀ ਭਾਰੀ ਬਾਰਿਸ਼ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਹੜ੍ਹ ਦੇ ਪਾਣੀ ਵਿੱਚੋਂ ਲੰਘ ਰਹੇ ਘੱਟੋ-ਘੱਟ 5 ਲੋਕਾਂ ਨੂੰ ਬਚਾਇਆ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚ ਗੱਡੀ ਚਲਾਉਣ ਜਾਂ ਪੈਦਲ ਨਾ ਜਾਣ ਦੀ ਅਪੀਲ ਕੀਤੀ ਹੈ। ਸਟੇਟ ਐਮਰਜੈਂਸੀ ਮੈਨੇਜਮੈਂਟ ਕਮਿਸ਼ਨਰ ਐਂਡਰਿਊ ਕ੍ਰਿਸਪ ਨੇ ਕਿਹਾ ਕਿ ਭਾਰੀ ਮੀਂਹ ਵੀਰਵਾਰ ਦੇਰ ਰਾਤ ਤੱਕ ਸਿਡਨੀ ਤੋਂ ਬਾਅਦ ਮੈਟਰੋਪੋਲੀਟਨ ਮੈਲਬੌਰਨ, ਵਿਕਟੋਰੀਆ ਦੀ ਰਾਜਧਾਨੀ ਅਤੇ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਤੱਕ ਪਹੁੰਚੇਗਾ। ਵਿਕਟੋਰੀਆ ਦੇ ਐਮਰਜੈਂਸੀ ਦਾ ਪ੍ਰਬੰਧਨ ਕਰਨ ਵਾਲੇ ਸਟੇਟ ਕੰਟਰੋਲ ਸੈਂਟਰ ਅਤੇ ਬਿਜਲੀ ਵਿਤਰਕ ਪਾਵਰ ਕੋਰ ਨੇ ਕਿਹਾ ਕਿ ਵਿਕਟੋਰੀਆ ਵਿੱਚ ਤਕਰੀਬਨ 10,000 ਘਰ ਰਾਤੋਂ ਰਾਤ ਬਿਜਲੀ ਤੋਂ ਬਿਨਾਂ ਰਹੇ। ਸੈਂਕੜੇ ਅਜੇ ਵੀ ਬਹਾਲ ਕੀਤੇ ਜਾਣੇ ਬਾਕੀ ਨੇ। ਉੱਤਰੀ ਤਸਮਾਨੀਆ ਦੇ ਕਸਬੇ ਰੇਲਟਨ ਵਿੱਚ ਰਾਤ ਭਰ ਪਏ ਮੀਂਹ ਤੋਂ ਬਾਅਦ ਹੜ੍ਹ ਦੇ ਪਾਣੀ ਨਾਲ 90 ਘਰਾਂ ਨੂੰ ਖਤਰਾ ਪੈਦਾ ਹੋ ਗਿਆ। ਸਟੇਟ ਐਮਰਜੈਂਸੀ ਸੇਵਾ ਨੇ ਰੇਲਟਨ ਲਈ ਇੱਕ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ। ਵਸਨੀਕਾਂ ਨੂੰ ਖਾਲੀ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਸ਼ੁੱਕਰਵਾਰ ਸਵੇਰ ਤੱਕ ਭਾਰੀ ਬਾਰਿਸ਼ ਜਾਰੀ ਰਹਿਣ ਦੀ ਭਵਿੱਖਬਾਣੀ ਦੇ ਨਾਲ ਰਾਜ ਦਾ ਉੱਤਰੀ ਅੱਧਾ ਹਿੱਸਾ ਅਚਾਨਕ ਹੜ੍ਹਾਂ ਲਈ ਹਾਈ ਅਲਰਟ ਤੇ ਆ ਗਿਆ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਇੰਡੋ ਪੈਸੀਫਿਕ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਲਈ ਆਸਟ੍ਰੇਲੀਆ ਭਾਰਤ ਦਾ ਪ੍ਰਮੁੱਖ ਭਾਈਵਾਲ ਹੈ ਅਤੇ ਦੋਵਾਂ ਦੇਸ਼ਾਂ ਦੇ ਮਿਲ ਕੇ ਕੰਮ ਕਰਨ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਇਹ ਖੇਤਰ ਆਜ਼ਾਦ, ਖੁੱਲ੍ਹਾ, ਸਥਿਰ ਅਤੇ ਖੁਸ਼ਹਾਲ ਹੋਵੇਗਾ। ਜੈਸ਼ੰਕਰ ਜੋ ਆਸਟ੍ਰੇਲੀਆ ਦੇ 2 ਦਿਨਾਂ ਦੌਰੇ ਤੇ ਨੇ, ਉਹਨਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣਾ ਕੁਝ ਸਮਾਂ ਆਸਟ੍ਰੇਲੀਆਈ ਫੌਜ ਨਾਲ ਬਿਤਾਇਆ। ਜੈਸ਼ੰਕਰ ਨੇ ਕਿਹਾ ਕਿ ਇੰਡੋ ਪੈਸੀਫਿਕ ਵਿੱਚ ਸੁਰੱਖਿਆ ਅਤੇ ਸਥਿਰਤਾ ਦੇ ਲਿਹਾਜ਼ ਨਾਲ ਉਹ ਅੱਜ ਸਾਡੇ ਲਈ ਬਹੁਤ ਮਹੱਤਵਪੂਰਨ ਭਾਈਵਾਲ ਨੇ। ਸਾਡੇ ਸਬੰਧਾਂ ਵਿੱਚ ਇਹ ਵੱਡੀਆਂ ਤਬਦੀਲੀਆਂ ਇਸ ਤੱਥ ਤੋਂ ਸਪਸ਼ਟ ਨੇ ਕਿ ਦੋਵੇਂ ਦੇਸ਼ ਕਵਾਡ ਫਰੇਮਵਰਕ ਵਿੱਚ ਮੈਂਬਰ ਨੇ ਅਤੇ ਇਹ ਯਕੀਨੀ ਬਣਾਉਣ ਲਈ ਕਈ ਤਰੀਕਿਆਂ ਨਾਲ ਮਿਲ ਕੇ ਕੰਮ ਕਰ ਰਹੇ ਨੇ ਕਿ ਇਹ ਖੇਤਰ ਆਜ਼ਾਦ, ਸੁਤੰਤਰ, ਸਥਿਰ ਅਤੇ ਖੁਸ਼ਹਾਲ ਰਹੇ। ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਸਾਲ ਵੀ ਵੇਖਿਆ ਸਾਲ ਅਸੀਂ ਕੁਝ ਹਫ਼ਤਿਆਂ ਵਿੱਚ ਕਿੰਨੀ ਤਰੱਕੀ ਕੀਤੀ ਹੈ। ਅਸੀਂ ਆਸਟ੍ਰੇਲੀਆ ਵਿੱਚ 2 ਮਹੱਤਵਪੂਰਨ ਫੌਜੀ ਅਭਿਆਸ ਕੀਤੇ ਜਿਸ ਵਿੱਚ ਭਾਰਤੀ ਫੌਜ ਨੇ ਹਿੱਸਾ ਲਿਆ ਸੀ। ਦੱਸਣਯੋਗ ਹੈ ਕਿ ਅਮਰੀਕਾ, ਭਾਰਤ ਅਤੇ ਦੁਨੀਆ ਦੀਆਂ ਕਈ ਹੋਰ ਸ਼ਕਤੀਆਂ ਇੰਡੋ ਪੈਸੀਫਿਕ ਨੂੰ ਸੁਤੰਤਰ ਅਤੇ ਖੁਸ਼ਹਾਲ ਬਣਾਉਣ ਦੀ ਲੋੜ ਦੀ ਗੱਲ ਕਰ ਰਹੀਆਂ ਨੇ। ਅਜਿਹਾ ਇਸ ਖੇਤਰ ਵਿੱਚ ਚੀਨ ਦੇ ਵੱਧਦੇ ਫੌਜੀ ਹਮਲੇ ਦੇ ਪਿਛੋਕੜ ਵਿੱਚ ਹੋ ਰਿਹਾ ਹੈ। ਚੀਨ ਵਿਵਾਦਿਤ ਦੱਖਣੀ ਚੀਨ ਸਾਗਰ ਦੇ ਲਗਭਗ ਪੂਰੇ ਖੇਤਰ ਤੇ ਦਾਅਵਾ ਕਰਦਾ ਹੈ। ਹਾਲਾਂਕਿ ਤਾਈਵਾਨ, ਫਿਲੀਪੀਨ, ਬਰੂਨੇਈ, ਮਲੇਸ਼ੀਆ, ਵੀਅਤਨਾਮ ਵੀ ਇਸ ਦੇ ਕੁਝ ਹਿੱਸਿਆਂ ਤੇ ਦਾਅਵਾ ਕਰਦੇ ਨੇ। ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਨਕਲੀ ਟਾਪੂ ਅਤੇ ਫੌਜੀ ਅਦਾਰੇ ਸਥਾਪਿਤ ਕੀਤੇ ਨੇ। ਜੈਸ਼ੰਕਰ ਨੇ ਕਿਹਾ ਕਿ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੋਹਾਂ ਦੇਸ਼ਾਂ ਨੇ ਸਾਡੇ ਸਬੰਧਾਂ ਦੀ ਮਜ਼ਬੂਤੀ ਨੂੰ ਕਈ ਤਰੀਕਿਆਂ ਨਾਲ ਪਛਾਣਿਆ ਅਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਨੇ ਭਾਰਤ ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਬਾਰੇ ਵੀ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸਲ ਵਿੱਚ ECTA ਨੂੰ ਅਪਣਾਉਣ ਦੀ ਪ੍ਰਕਿਰਿਆ ਜਾਰੀ ਹੈ। ਸਾਨੂੰ ਭਰੋਸਾ ਹੈ ਕਿ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੇ ਸ਼ੁਰੂ ਤੱਕ ਅਸੀਂ ਇੱਕ ਨਵਾਂ ਆਰਥਿਕ ਢਾਂਚਾ ਪੇਸ਼ ਕਰਨ ਦੀ ਸਥਿਤੀ ਵਿੱਚ ਹੋਵਾਂਗੇ। ਇਹ ਸਾਡੇ ਸਹਿਯੋਗ ਨੂੰ ਪੂਰੀ ਸਮਰੱਥਾ ਤੱਕ ਅੱਗੇ ਲਿਜਾਣ ਵਿੱਚ ਮਦਦਗਾਰ ਹੋਵੇਗਾ। ਜਹਾਜ਼ ਦਾ ਸਫ਼ਰ ਜਿੰਨਾ ਆਰਾਮਦਾਇਕ ਹੈ, ਕਈ ਵਾਰ ਇਹ ਖਤਰਨਾਕ ਵੀ ਸਾਬਿਤ ਹੋ ਸਕਦਾ ਹੈ। ਇਟਲੀ ਵਿੱਚ ਜਹਾਜ਼ ਦੀ ਉਡਾਨ ਦੌਰਾਨ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇੱਥੋਂ ਜਦੋਂ ਬੋਇੰਗ 747 ਜਹਾਜ਼ ਨੇ ਉਡਾਨ ਭਰੀ ਅਤੇ ਜਿਵੇਂ ਹੀ ਇਹ ਜ਼ਮੀਨ ਤੋਂ ਉੱਪਰ ਵੱਲ ਵਧਿਆ ਤਾਂ ਇਸ ਦਾ ਇੱਕ ਟਾਇਰ ਸੜਦਾ ਹੋਇਆ ਜ਼ਮੀਨ ਤੇ ਡਿੱਗ ਗਿਆ। ਘਟਨਾ ਦੀ ਵੀਡੀਓ ਸਾਹਮਣੇ ਆਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ਦੇ ਟੇਕ ਆਫ ਕਰਦੇ ਹੀ ਟਾਇਰ ਵਿੱਚ ਅੱਗ ਲੱਗ ਗਈ ਅਤੇ ਇਹ ਜ਼ਮੀਨ ਤੇ ਡਿੱਗ ਗਿਆ। ਡਿੱਗਣ ਦੌਰਾਨ ਸੜਦੇ ਟਾਇਰ ਵਿੱਚੋਂ ਪੂਛ ਵਾਂਗ ਧੂੰਆਂ ਨਿਕਲਦਾ ਦਿਸਿਆ। ਇਹ ਹਾਦਸਾ ਇਟਲੀ ਦੇ ਟੋਰਾਂਟੋ ਵਿੱਚ ਵਾਪਰਿਆ। ਟਵਿੱਟਰ ਤੇ ਘਟਨਾ ਦੀ ਵੀਡੀਓ ਪੋਸਟ ਕਰਦੇ ਹੋਏ ਏਰੋ ਇਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਬੋਇੰਗ 747-400 ਡ੍ਰੀਮ ਲਿਫਟਰ ਦੇ ਇੱਕ ਟਾਇਰ ਵਿੱਚ ਅੱਗ ਲੱਗ ਗਈ ਅਤੇ ਟੇਕ ਆਫ ਦੌਰਾਨ ਇਸ ਦਾ ਪਹੀਆ ਟੁੱਟ ਗਿਆ। ਟਾਇਰ ਦੇ ਡਿੱਗਣ ਤੋਂ ਪਹਿਲਾਂ ਇਸ ਵਿੱਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ। ਜ਼ਮੀਨ ਤੇ ਡਿੱਗਦੇ ਹੀ ਇਹ ਕਈ ਵਾਰ ਉਛਲਿਆ। ਜਹਾਜ਼ ਦਾ ਟਾਇਰ ਹਵਾਈ ਅੱਡੇ ਦੀ ਸੀਮਾ ਦੇ ਬਾਹਰ ਪਿਆ ਮਿਲਿਆ।
ਉੱਥੇ ਟਵਿੱਟਰ ਯੂਜ਼ਰ ਨੇ ਟਾਇਰ ਦੀ ਫੋਟੋ ਅਪਲੋਡ ਕੀਤੀ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਕਿਸੇ ਜੰਗਲ ਵਿੱਚ ਪਹੁੰਚ ਗਿਆ ਹੈ। ਜਹਾਜ਼ ਦਾ ਟਾਇਰ ਡਿੱਗਣ ਤੇ ਇੱਕ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ ਕਿ ਆਖਿਰ ਜਹਾਜ਼ ਨੂੰ ਟਾਇਰਾਂ ਦੀ ਕੀ ਲੋੜ ਹੈ। हैरानी की गल है कि टायर में खराबी के बावजूद जहाज़ ਨੂੰ टेक ऑफ करने में कोई दिक्कत नहीं आई। कुछ लोगों ने प्रार्थना की कि जहाज़ सुरक्षित उतरे। चंगी किस्मत नाल इस जहाज़ की लैंडिंग सुरक्षित ढंग नाल हो गई। जहाज़ अमरीका के उत्तरी कैरोलीना सूबे में उतरिया। हाल ही में न्यू जर्सी के नेवार्क में उड़ान भरते हुए एक जहाज़ तो चिंगियाड़ी निकली सी। इस घटना की वीडियो भी सामने आई सी। इस विच देखा गया कि रात की उड़ान दौरान जहाज़ के विंग विचों एक चिंगियाड़ी निकली। ये बोइंग 777-200 जहाज़ से जिवें ही जहाज़ चो चिंगियाड़ी निकली तो पायलट ने सावधानी दिखाते हुए जहाज़ को काफ़ी देर तक हवा में रखा ताकि उसका तेल सड़ जाए। 1.5 घंटे बाद जहाज़ नेवार्क विच वापस उतरिया। रूस के हमलावर रवैये तो पूरी दुनिया परेशान है। इस दौरान ब्रिटेन की खुफिया एजेंसी ने चेतावनी दी कि इस दौर दे विच रूस नहीं सगों चीन सब तो वड्डा खतरा है। इसका प्रभाव नवीं तकनीकां जिवें कि डिजिटल मुद्रा विच वध रहा है। चीन इन्हां दी वरतों अपनी आबादी, गुआढ़ियां अते कर्जदारां नूं कंट्रोल करन लई करदा है। ब्रिटिश खुफिया एजेंसी GCHQ के मुखी सर जेरेमी फ्लेमिंग ने कहा कि चीन पुलाड़ विच अपनी ताकत वधाउण विच लगा होया है। उस स्पेस ते कब्जा करन लई स्टार वॉर्स फिल्म वर्गे हथियार बना रहा है। इस दे बाइडू सैटेलाइट के नैटवर्क नूं किसी भी थां किते भी ट्रैक करन लई वरतिया जा सकता है। फ्लेमिंग ने चेतावनी दी कि रूस और चीन दोवां कोल एंटी सैटेलाइट हथियार ने ये उपग्रह मिसाइलों की तरह, पर चीन हुण लेज़र सिस्टम ते काम कर रहे हैं। इन्हां संचार निगरानी अते GPS उपग्रहां राहीं विगाड़िया जा सकता है। जेकर सैटेलाइट नूं नष्ट कर दिता गया तो मिसाइलां टीचे का पता नहीं लगा सकणगियां। उन्होंने कहा कि ब्रिटेन नूं चीन के आलमी तकनीकी दबदबे नूं रोकण लई सख्त कदम चुकण की लोड़ है। फ्लेमिंग ने कहा कि चीनी लीडरशिप का मनना है कि उन्हां दी शक्ति अते अधिकार एक पार्टी प्रणाली तो आउंदे ने। इसका मतलब है कि वह अपने नागरिकों की समर्था का समर्थन करने की बजाय चीनी लोगों के नियंत्रण के मौके देखते हैं। उन्होंने कहा कि चीन लोकतंत्र अते बोलण की आज़ादी तो डरता है। ये कोई हैरानी की गल नहीं है कि जदों चीन के लोग एक उन्नत आर्थिकता लई काम कर रहे सन, पार्टी ने सख्त राष्ट्रीय सुरक्षा कानूनां अते निगरानी लई अपने स्रोतां की वरतों की। Assisted dying for terminally ill adults स्कॉटलैंड बिल स्कॉटलैंड ਨੂੰ UK ਵਿੱਚ ਆਪਣੀ ਜ਼ਿੰਦਗੀ ਖਤਮ ਕਰਨ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣ ਲਈ ਸਭ ਤੋਂ ਪਹਿਲਾਂ ਬਣਾ ਦੇਵੇਗਾ। ਸਕੌਟਿਸ਼ ਲਿਬਰਲ ਡੈਮੋਕ੍ਰੇਟ MSP ਲਿਆਮ ਮੈਕਆਰਥਰ ਨੇ ਸਤੰਬਰ ਦੇ ਸ਼ੁਰੂ ਵਿੱਚ ਸੰਸਦ ਵਿੱਚ ਇੱਕ ਅੰਤਮ ਪ੍ਰਸਤਾਵ ਦਾਇਰ ਕੀਤਾ। ਉਸ ਲਈ ਘੱਟੋ ਘੱਟ 18 MPs ਤੋਂ क्रॉस पार्टी समर्थन प्राप्त करने लई 30 दिनों की विंडो की शुरुआत की गई। लियाम ने यह टीचा अंतिम प्रस्ताव दायर किए जाने के 2 घंटिया के अंदर ही प्राप्त कर लिया, जिसके फलस्वरूप उसनूं 36 MSPs कोलों समर्थन प्राप्त होया। 1/4 तो वध मैंबरां ने सहायक मरण वाले बिल लई वोट पाई। हुण इस गल की पुष्टि हो गई है कि मैकआर्थर कोलों एसिस्टिड डाइंग फॉर टर्मिनली इल एडल्ट्स स्कॉटलैंड बिल नूं संसद विच पेश करने का अधिकार है ते स्कॉटलैंड UK विच अपनी जिंदगी खत्म करने के अधिकार नूं कानूनी रूप देने वाला पहला खिता बन जाएगा। तजवीज़ां का उद्देश्य अंतिम तौर पर बीमार, मानसिक तौर पर समर्थ बालगां लई सहायता मौत के अधिकार नूं पेश करदा यह बिल हॉलीवुड द्वारा 2 बार रद्द किया गया सी। ये बिल सितंबर विच सहायता प्राप्त मौत ते जनतक सलाह मशवरे तो बाद प्रकाश विच आया है, जिसने रिकॉर्ड 14,038 जवाब प्राप्त किए ने। इन्हां जवाब देने वाले लोगों विचों 75% तो वध लोगों ने बिल के हक विच पूरा समर्थन प्रगट किया, जबकि होर 2% ने कानून विच तब्दीली का अंशक तौर पर समर्थन किया। मैकआर्थर हुण एक बिल का खरड़ा तैयार करने लई स्कॉटिश संसद की गैर सरकारी बिल यूनिट नाल काम करेगा, जिसका उद्देश्य 2023 के शुरू में संसद विच पेश करना है। लियाम मैकआर्थर ने अपने संबोधन दौरान कहा कि मैं हुण एक सुरक्षित, मजबूत अते हमदर्द बिल नूं अगे लियाउण लई संसद विच सहयोगियों नाल मिल के काम कर सकदा। ब्रिटेन के राजा चार्ल्स तीजे की ताजपोशी अगले साल 6 मई नूं लंडन के वेस्टमिनिस्टर
ਐਬੇ ਵਿੱਚ ਹੋਵੇਗੀ। ਬਕਿੰਗਮ ਪੈਲੇਸ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਚਾਰਲਸ ਉਮਰ 73 ਸਾਲ ਨੂੰ ਪਿਛਲੇ ਮਹੀਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਬ੍ਰਿਟੇਨ ਦਾ ਰਾਜਾ ਘੋਸ਼ਿਤ ਕੀਤਾ ਗਿਆ ਸੀ। ਬਕਿੰਗਮ ਪੈਲੇਸ ਦੇ ਅਨੁਸਾਰ ਕੈਂਟਰਬਰੀ ਦੇ ਆਰਚਰ ਬਿਸ਼ਪ ਵੱਲੋਂ ਆਯੋਜਿਤ ਤਾਜਪੋਸ਼ੀ ਸਮਾਰੋਹ ਵਿੱਚ ਚਾਰਲਸ III ਨੂੰ ਅਧਿਕਾਰਿਤ ਤੌਰ ਤੇ ਉਸ ਦੇ ਤਾਜ ਅਤੇ ਸ਼ਾਹੀ ਸਮੱਗਰੀ ਨਾਲ ਤਾਜ ਪਹਿਨਾਇਆ ਜਾਵੇਗਾ। ਮਹਾਰਾਜਾ ਨੂੰ ਉਸ ਦੀ ਪਤਨੀ ਮਹਾਰਾਣੀ ਕੈਮਿਲਾ ਨਾਲ ਤਾਜ ਪਹਿਨਾਇਆ ਜਾਵੇਗਾ। ਬਕਿੰਗਮ ਪੈਲੇਸ ਨੇ ਇੱਕ ਬਿਆਨ ਵਿੱਚ ਕਿਹਾ, ਤਾਜਪੋਸ਼ੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਪਰੰਪਰਾਵਾਂ ਅਤੇ ਸ਼ਾਹੀ ਸ਼ਾਨ ਨੂੰ ਦਰਸਾਉਣ ਤੋਂ ਇਲਾਵਾ ਬਾਦਸ਼ਾਹ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਭੂਮਿਕਾਵਾਂ ਨੂੰ ਦਰਸਾਵੇਗੀ। ਰਿਵਾਇਤੀ ਤੌਰ ਤੇ ਤਾਜਪੋਸ਼ੀ ਇੱਕ ਪੂਰੀ ਤਰ੍ਹਾਂ ਧਾਰਮਿਕ ਸੇਵਾ ਹੈ ਜੋ ਇੱਕ ਜਸ਼ਨ ਵਜੋਂ ਆਯੋਜਿਤ ਕੀਤੀ ਜਾਂਦੀ ਹੈ। ਪਿਛਲੇ 900 ਸਾਲਾਂ ਤੋਂ ਵੈਸਟਮਿਨਿਸਟਰ ਐਬੇ ਵਿਖੇ ਤਾਜਪੋਸ਼ੀ ਸਮਾਰੋਹ ਆਯੋਜਿਤ ਕੀਤੇ ਜਾਂਦੇ ਨੇ। ਰਾਣੀ ਦਾ ਅੰਤਮ ਸੰਸਕਾਰ ਵੀ ਇੱਥੇ ਹੀ ਕੀਤਾ ਗਿਆ। 1066 ਤੋਂ ਤਾਜਪੋਸ਼ੀ ਸੇਵਾ ਲਗਭਗ ਹਮੇਸ਼ਾ ਕੈਂਟਰਬਰੀ ਤੇ ਆਰਚਰ ਬਿਸ਼ਪ ਦੁਆਰਾ ਕਰਵਾਈ ਜਾਂਦੀ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਦੇ ਮੁਖੀ ਪੇਟਰੀ ਟੌਲਸ ਨੇ ਕਿਹਾ ਕਿ ਯੂਕਰੇਨ ਵਿੱਚ ਜੰਗ ਨੂੰ ਜਲਵਾਯੂ ਦੇ ਨਜ਼ਰੀਏ ਤੋਂ ਇੱਕ ਵਰਦਾਨ ਵਜੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਇਸ ਨਾਲ ਲੰਬੇ ਸਮੇਂ ਤੱਕ ਹਰਿਤ ਊਰਜਾ ਦੇ ਵਿਕਾਸ ਅਤੇ ਉਸ ਵਿੱਚ ਨਿਵੇਸ਼ ਵਿੱਚ ਤੇਜ਼ੀ ਆ ਰਹੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਸਕੱਤਰ ਜਨਰਲ ਤਾਲਾਸ ਨੇ ਇਹ ਬਿਆਨ ਅਜਿਹੇ ਸਮੇਂ ਵਿੱਚ ਦਿੱਤਾ ਜਦੋਂ ਦੁਨੀਆ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਮੁੱਖ ਕਾਰਨ ਤੇਲ ਅਤੇ ਕੁਦਰਤੀ ਗੈਸ ਦੇ ਪ੍ਰਮੁੱਖ ਉਤਪਾਦਕ ਰੂਸ ਖਿਲਾਫ ਲਗਾਈਆਂ ਪਾਬੰਦੀਆਂ, ਆਰਥਿਕ ਪਾਬੰਦੀਆਂ ਅਤੇ ਜੈਵਿਕ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਹੈ। ਇਸ ਕਾਰਨ ਕੁਝ ਦੇਸ਼ਾਂ ਨੇ ਕੋਲੇ ਵਰਗੇ ਵਿਕਲਪ ਸਰੋਤਾਂ ਦੀ ਵਰਤੋਂ ਵਿੱਚ ਵਾਧਾ ਕੀਤਾ, ਪਰ ਤੇਲ, ਗੈਸ ਅਤੇ ਕੋਲੇ ਸਮੇਤ ਕਾਰਬਨ ਪੈਦਾ ਕਰਨ ਵਾਲੇ ਈਂਧਨਾਂ ਦੀਆਂ ਵੱਧਦੀਆਂ ਕੀਮਤਾਂ ਨੇ ਸੂਰਜੀ, ਹਵਾ ਅਤੇ ਹਾਈਡਰੋਥਰਮਲ ਵਰਗੀਆਂ ਉੱਚ ਕੀਮਤ ਵਾਲੀਆਂ ਨਿਵਾਉਣਯੋਗ ਊਰਜਾ ਨੂੰ ਊਰਜਾ ਬਾਜ਼ਾਰ ਵਿੱਚ ਪ੍ਰਤੀਯੋਗੀ ਬਣਾ ਦਿੱਤਾ ਹੈ। ਟੌਲਸ ਨੇ ਕਿਹਾ ਕਿ ਯੂਕਰੇਨ ਵਿੱਚ ਜੰਗ ਯੂਰਪੀਅਨ ਊਰਜਾ ਖੇਤਰ ਲਈ ਇੱਕ ਝਟਕਾ ਸੀ। ਉਸ ਨੇ ਕਿਹਾ ਕਿ 5 ਤੋਂ 10 ਸਾਲਾਂ ਵਿੱਚ ਇਹ ਸਪਸ਼ਟ ਹੋ ਜਾਵੇਗਾ ਕਿ ਯੂਕਰੇਨ ਵਿੱਚ ਇਹ ਯੁੱਧ ਸਾਡੇ ਜੀਵਾਸ਼ਮ ਊਰਜਾ ਦੀ ਖਪਤ ਨੂੰ ਵਧਾਏਗਾ ਅਤੇ ਇਹ ਹਰਿਤ ਸਰੋਤਾਂ ਨੂੰ ਅਪਣਾਉਣ ਦੀ ਗਤੀ ਵਿੱਚ ਤੇਜ਼ੀ ਲਿਆ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਨਿਵਾਉਣਯੋਗ ਊਰਜਾ ਬਚਾਉਣ ਦੇ ਉਪਾਅ ਵਿੱਚ ਇੱਕ ਹੋਰ ਨਿਵੇਸ਼ ਕਰਾਂਗੇ। ਟਾਲਨ ਨੇ ਕਿਹਾ ਕਿ ਜਲਵਾਯੂ ਦੇ ਨਜ਼ਰੀਏ ਨਾਲ ਯੂਕਰੇਨ ਵਿੱਚ ਯੁੱਧ ਨੂੰ ਵਰਦਾਨ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਤਾਮਿਲਨਾਡੂ ਦੀ ਮੂਰਤੀ ਸ਼ਾਖਾ CID ਨੇ ਸੂਬੇ ਤੋਂ ਚੁਰਾਈਆਂ ਗਈਆਂ 2 ਮੂਰਤੀਆਂ ਦੇ ਇੱਕ ਅਮਰੀਕੀ ਮਿਊਜ਼ੀਅਮ ਵਿੱਚ ਹੋਣ ਦਾ ਪਤਾ ਲਗਾ ਲਿਆ ਅਤੇ ਉਹਨਾਂ ਨੂੰ ਸਵਦੇਸ਼ ਵਾਪਸ ਲਿਆਉਣ ਦੀ ਮੰਗ ਕਰਦੇ ਹੋਏ ਦਸਤਾਵੇਜ਼ ਸੌਂਪੇ ਨੇ। ਪੁਲਿਸ ਨੇ ਦੱਸਿਆ ਕਿ ਤਿਰੂਵਰੂਰ ਜ਼ਿਲ੍ਹੇ ਦੇ ਆਲਾਥੂਰ ਦੇ ਸ਼੍ਰੀ ਵੇਣੂ ਗੋਪਾਲ ਸਵਾਮੀ ਮੰਦਿਰ ਦੀ ਯੋਜਨ ਨਰਸਿਮਹਾ ਦੇ ਗਣੇਸ਼ ਦੀਆਂ 2 ਪ੍ਰਾਚੀਨ ਮੂਰਤੀਆਂ ਅਮਰੀਕਾ ਵਿੱਚ ਮਿਸੂਰੀ ਸੂਬੇ ਦੇ ਕੰਸਾਸ ਸਿਟੀ ਦੇ ਨੈਲਸਨ ਐਟਕਿੰਸ ਮਿਊਜ਼ੀਅਮ ਵਿੱਚ ਹੋਣ ਦਾ ਪਤਾ ਲੱਗਾ ਹੈ। ਸ਼ਾਖਾ ਨੇ ਦਾਅਵਾ ਕੀਤਾ ਕਿ ਇਹ ਮੂਰਤੀਆਂ ਲਗਭਗ 50 ਸਾਲ ਪਹਿਲਾਂ ਚੁਰਾਈਆਂ ਗਈਆਂ ਸਨ ਅਤੇ ਉਹਨਾਂ ਦੀ ਜਗ੍ਹਾ ਨਕਲੀ ਮੂਰਤੀਆਂ ਰੱਖ ਦਿੱਤੀਆਂ ਗਈਆਂ ਸਨ। IGP ਮੂਰਤੀ ਸ਼ਾਖਾ ਦੇ ਸੰਜੰਤ ਮੁਰਲੀ ਨੇ ਕਿਹਾ ਕਿ ਸਾਡੀ ਜਾਂਚ ਦੇ ਨਤੀਜੇ ਦੇ ਆਧਾਰ ਤੇ ਅਸੀਂ ਇਹਨਾਂ ਮੂਰਤੀਆਂ ਤੇ ਆਪਣੀ ਮਲਕੀਅਤ ਸਾਬਿਤ ਕਰਦੇ ਹੋਏ ਸਰਕਾਰ ਨੂੰ ਕਾਗਜ਼ ਸੌਂਪੇ ਨੇ ਅਤੇ ਉਹ ਇਹਨਾਂ ਮੂਰਤੀਆਂ ਨੂੰ ਤਾਮਿਲਨਾਡੂ ਵਾਪਸ ਲਿਆਉਣ ਲਈ ਇੱਕ ਕਾਗਜ਼ ਅਮਰੀਕਾ ਭੇਜੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲ ਕਰਕੇ ਸੂਬੇ ਦੇ ਨਾਗਰਿਕਾਂ ਦੀ ਸਹੂਲੀਅਤ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਅੱਜ ਖਾਨਗੀ ਤਕਸੀਮ ਜ਼ਮੀਨ ਜਾਇਦਾਦ ਦੀ ਵੰਡ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਵੈਬਸਾਈਟ ਲਾਂਚ ਕੀਤੀ। ਵੈਬਸਾਈਟ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਸੂਬੇ ਦੇ ਵਸਨੀਕਾਂ ਦੀ ਸਹੂਲੀਅਤ ਲਈ ਇੱਕ ਕ੍ਰਾਂਤੀਕਾਰੀ ਫੈਸਲਾ ਦੱਸਿਆ, ਜਿਸ ਨਾਲ ਖਾਨਗੀ ਤਕਸੀਮ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਵੈਬਸਾਈਟ ਰਾਹੀਂ ਖਾਨਗੀ ਤਕਸੀਮ ਲਈ ਲੋਕਾਂ ਦੀਆਂ ਅਰਜ਼ੀਆਂ ਇੱਕ ਕਲਿੱਕ ਰਾਹੀਂ ਆਸਾਨੀ ਨਾਲ ਜਮ੍ਹਾਂ ਹੋ ਸਕਣਗੀਆਂ। ਭਗਵੰਤ ਮਾਨ ਨੇ ਦੱਸਿਆ ਕਿ ਨਾਗਰਿਕ ਇਸ ਵੈਬਸਾਈਟ ਤੇ ਆਪਣਾ ਨਾਂ, ਪਿਤਾ, ਪਤੀ ਦਾ ਨਾਂ, ਪਿੰਡ ਦਾ ਨਾਂ, ਸਬ ਤਹਿਸੀਲ, ਜ਼ਿਲ੍ਹਾ ਖਾਤਾ ਅਤੇ ਕੇਵਟ ਨੰਬਰ ਦੇ ਵੇਰਵਿਆਂ ਸਮੇਤ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਬਿਨੈਕਾਰ ਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਦੁਆਰਾ ਦਸਤਖਤ ਕੀਤਾ ਪ੍ਰਸਤਾਵਿਤ ਵੰਡ ਦਾ ਇੱਕ ਮੈਮੋਰੈਂਡਮ ਅਤੇ ਜ਼ਮੀਨ ਦੀ ਵੰਡ ਨੂੰ ਦਰਸਾਉਂਦਾ ਫੀਲਡ ਮੈਪ ਵੀ ਸੌਂਪਣਾ ਹੋਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਸੰਬੰਧਿਤ ਸਰਕਲ ਮਾਲ ਅਫਸਰਾਂ ਵੱਲੋਂ ਕਾਰਵਾਈ ਕਰਨ ਉਪਰੰਤ ਇਹ ਆਨਲਾਈਨ ਅਰਜ਼ੀਆਂ ਕਾਨੂੰਗੋ ਇੰਚਾਰਜ ਅਤੇ ਫਿਰ ਸੰਬੰਧਿਤ ਪਟਵਾਰੀ ਨੂੰ ਭੇਜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮਾਲ ਰਿਕਾਰਡ ਨਾਲ ਮੈਮੋਰੈਂਡਮ ਦੇ ਸਾਰੇ ਤੱਥਾਂ ਦੀ ਤਸਦੀਕ ਕਰਨ ਤੋਂ ਬਾਅਦ ਪਟਵਾਰੀ ਸੰਬੰਧਿਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ ਤੇ ਹਾਜ਼ਰ ਹੋਣ ਅਤੇ ਇੰਤਕਾਲ ਦਰਜ ਕਰਨ ਲਈ ਬੁਲਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇੰਤਕਾਲ ਦਰਜ ਕਰਨ ਤੋਂ ਬਾਅਦ ਸੰਬੰਧਿਤ ਪਟਵਾਰੀ ਇਸ ਨੂੰ ਤਸਦੀਕ ਕਰਨ ਲਈ ਕਾਨੂੰਨ ਕੋਲ ਪੇਸ਼ ਕਰਨਗੇ ਅਤੇ ਫਿਰ ਅੰਤਿਮ ਹੁਕਮਾਂ ਲਈ ਸੰਬੰਧਿਤ CRO ਸਹਾਇਕ ਕਲੈਕਟਰ ਗ੍ਰੇਡ 2 ਅੱਗੇ ਪੇਸ਼ ਕਰਨਗੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਇੰਤਕਾਲ ਦੀ ਤਸਦੀਕ ਕਰਨ ਤੋਂ ਬਾਅਦ ਹਰੇਕ ਅਰਜ਼ੀ ਲਈ ਪੋਰਟਲ ਤੇ ਸੰਖੇਪ ਆਰਡਰ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਨਾਗਰਿਕ ਕੇਂਦਰਿਤ ਪਹਿਲ ਕਦਮੀ ਹੱਦਬੰਦੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵਿੱਚ ਅਹਿਮ ਸਾਬਿਤ ਹੋਵੇਗੀ ਅਤੇ ਇਸ ਨਾਲ ਵਿਵਾਦਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਸਕੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਪ੍ਰਕਿਰਿਆ ਸੁਖਾਲੇ ਢੰਗ ਨਾਲ ਜ਼ਮੀਨ ਦੀ ਖਰੀਦ ਵੇਚ ਤੋਂ ਇਲਾਵਾ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਕਰਨ ਅਤੇ ਜਮਾਬੰਦੀ ਦੀ ਨਕਲ ਆਸਾਨੀ ਨਾਲ ਪ੍ਰਾਪਤ ਕਰਨ ਲਈ ਸਹਾਈ ਸਿੱਧ ਹੋਵੇਗੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਬਸਕ੍ਰਾਈਬ ਕਰੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।